ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ 10ਵੀਂ ਕਲਾਸ ਤੇ 10th ਕਲਾਸ ਦੇ ਮੈਥਮੈਟਿਕਸ ਦਾ 15th ਚੈਪਟਰ ਹੈ ਜਿਹੜਾ NCERT ਦਾ ਪ੍ਰੋਬੇਬਿਲਿਟੀ ਸੰਭਾਵਨਾ ਉਹ ਅਸੀਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਪ੍ਰੋਬੇਬਿਲਿਟੀ ਸੰਭਾਵਨਾ ਦਾ ਕਨਸੈਪਟ ਥੋੜਾ ਜਿਹਾ ਸਮਝਾਂਗੇ, ਉਸ ਤੋਂ ਬਾਅਦ ਫਿਰ ਆਪਾਂ ਇਹਦੇ ਕੁਐਸਚਨਸ ਵੀ ਇਸ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਜ਼ਰੂਰ ਇਹ ਤੁਹਾਡੇ ਵਾਸਤੇ ਫਾਇਦੇਮੰਦ ਰਹੇਗੀ। ਠੀਕ ਹੈ, ਪ੍ਰੋਬੇਬਿਲਿਟੀ ਸਾਡੇ ਕੋਲ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ ਬਾਰੇ ਤੁਸੀਂ 8th ਜਾਂ 10th 9th ਦੇ ਵਿੱਚ ਵੀ ਥੋੜਾ ਬਹੁਤ ਜ਼ਰੂਰ ਪੜ੍ਹਿਆ ਹੋਏਗਾ ਔਰ 10th ਦੇ ਵਿੱਚ ਵੀ ਹੈ। ਇਸ ਤੋਂ ਬਾਅਦ ਸਾਡੇ ਕੋਲ +1 ਔਰ +2 ਦੇ ਵਿੱਚ ਵੀ ਇਹ ਟੌਪਿਕ ਜਿਹੜਾ ਹੈ ਉਹ ਜ਼ਿਆਦਾ थोड़ा लैवल हायर हो जाता है, वो भी आता है। ठीक है, तो बहुत इंपॉर्टेंट टॉपिक है। जिन्होंने अगे मैथ्स पढ़ना उन्होंने वास्ते तो बहुत ज़्यादा जरूरी है। ठीक है, और वैसे भी सब लिए जरूरी है क्योंकि 10th क्लास के क्वेश्चन साढ़े को फाइनल एग्जाम के पूछे जाने ने। बहुत ईजी क्वेश्चन होंगे हैं और फ्री के मार्क्स ने। अगर आप थोड़ा जिहा ध्यान दे लिए, एक एक्सरसाइज है साढ़े को, ठीक है, वो 20+ क्वेश्चन है साढ़े को, तो बहुत ईजीली तुसी कॉन्सैप्ट नूं जिहड़ा समझ सकते हो ये। ठीक, संभावना वर्ड है जिहड़ा वो असीं अक्सर सुनते हैं कि अज किसी भी काम दे विच मींह पैण दी की संभावना है। ठीक है, लॉकडाउन खुल जाएगा 3 मई नूं, उहदी की संभावना है, या मैच लग्या होया इंडिया वर्सेस पाकिस्तान, उहदे विच इंडिया दे जितण दी की संभावना है। सो संभावना वर्ड जिहड़ा चांस, ये प्रॉबेबिलिटी, ये बहुत बार असीं यूज़ करते हैं। ठीक है ना, अलग अलग सिचुएशन दे विच इहनूं यूज़ किया जाता है। ठीक है, तो प्रैक्टिकली किवें मैथमैटिकली आपां इहनूं किवें यूज़ करना, किवें क्वेश्चनस दे विच आपां किसी भी घटना दे होण दी उहदे संभावना आप किवें जिहड़ी वो करते हैं वो आप ये देखांगे। बहुत अलग अलग केसिस जिहड़े आप ये लवांगे, जिवें कॉइन नूं टॉस करना, ठीक है, डाइस नूं रोल करना, जिहड़ा पासा हुंदा अपने को लूडो खेलण वाले सी वो 6 पासियां वाला क्यूब सिੱਟਦੇ हैं ना, जिहदे ते 1 ਤੋਂ 6 तक गिणती लिखी हुंदी है, उहनूं रोल करना है। ਉਹਦੇ केसिस आप ये कंसिडर करने ने। ताश ਜਿਹੜੇ ਕਾਰਡਸ ਹੁੰਦੇ ਆਪਣੇ ਕੋਲ ਉਹ ਅਸੀਂ ਖੇਲਦੇ ਹਾਂ, ਉਹਦੇ ਕੇਸਿਸ ਜਿਹੜੇ ਆਪਾਂ ਉਹ ਕੰਸੀਡਰ ਕਰਨੇ ਨੇ। ਕਿਵੇਂ ਇਹਨੂੰ ਆਪਾਂ ਕੁਐਸਚਨਸ ਦੇ ਵਿੱਚ ਯੂਜ਼ ਕਰਨਾ ਹੈ, ਕਨਸੈਪਟਸ ਨੂੰ ਕਿਵੇਂ ਇਹਦੇ ਕੁਐਸਚਨ ਆਪਾਂ ਕਰਨੇ ਨੇ ਅਟੈਂਪਟ, ਉਹ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਜ਼ਰੂਰ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ, ਸੋ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਕਨਸੈਪਟ, ਥੋੜ੍ਹੀਆਂ ਜਿਹੜੀਆਂ ਟਰਮਸ ਜਿਹੜੇ ਉਹ ਆਪਾਂ ਜਾਣਾਂਗੇ ਜਿਹੜੀਆਂ ਆਪਾਂ ਕੁਐਸਚਨਸ ਦੇ ਵਿੱਚ ਯੂਜ਼ ਕਰਨੀਆਂ ਨੇ। ਠੀਕ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਯੂਜ਼ ਕਰਦੇ ਹਾਂ ਰੈਂਡਮ ਐਕਸਪੈਰੀਮੈਂਟ, ਜਾਂ ਇਹਨੂੰ ਅਸੀਂ ਅਨਿਯਮਿਤ ਕੋਈ ਪ੍ਰਯੋਗ ਕਹਿ ਸਕਦੇ ਹਾਂ। ਪ੍ਰਯੋਗ ਦਾ ਮਤਲਬ ਹੈ ਕੋਈ ਵੀ ਐਕਸਪੈਰੀਮੈਂਟ ਜਿਹੜਾ ਅਸੀਂ ਕਰਦੇ ਹਾਂ ਜਿਹਦੇ ਪਰਿਣਾਮ, ਜਿਹਦੇ ਰਿਜ਼ਲਟ ਉਹ ਸਾਨੂੰ ਇਹ ਤਾਂ ਪਤਾ ਹੁੰਦੇ ਨੇ ਵੀ ਕੀ ਹੋ ਸਕਦੇ ਆ, ਪਰ ਐਗਜ਼ੈਕਟਲੀ ਕੀ ਹੋਏਗਾ ਇਹ ਸਾਨੂੰ ਨਹੀਂ ਪਤਾ ਹੁੰਦਾ। ਜਿੱਦਾਂ ਕਿ ਇੱਕ ਐਕਸਪੈਰੀਮੈਂਟ ਅਸੀਂ ਲੈ ਲੈਂਦੇ ਹਾਂ ਪਾਸਾ ਸੁੱਟਣਾ। ਪਾਸਾ ਸੁੱਟਣਾ ਭਾਵ ਲੂਡੋ ਵਾਲੀ ਜਿਹੜੀ ਸਾਡੇ ਕੋਲ ਡਾਈ ਹੁੰਦੀ ਆ ਘਣ ਦੇ ਆਕਾਰ ਦੀ, ਉਹਨੂੰ ਸੁੱਟਣਾ। ਹੁਣ ਉਹਦੇ ਵਿੱਚ ਸਾਨੂੰ ਇਹ ਤਾਂ ਪਤਾ ਹੈ ਕਿ 1 ਤੋਂ 6 ਤੱਕ ਕੋਈ ਵੀ ਸਾਡੇ ਕੋਲ ਰਿਜ਼ਲਟ ਜਿਹੜਾ ਉਹ ਆ ਸਕਦਾ ਹੈ, ਪਰ ਐਗਜ਼ੈਕਟਲੀ ਕੀ ਆਏਗਾ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਠੀਕ ਹੈ ਨਾ, ਜਦੋਂ ਅਸੀਂ ਲੂਡੋ ਖੇਲਦੇ ਹਾਂ ਤਾਂ ਉਹਦੇ 'ਚ ਜਦੋਂ ਅਸੀਂ ਪਾਸੇ ਨੂੰ ਸੁੱਟਦੇ ਹਾਂ, ਡਾਈ ਨੂੰ ਰੋਲ ਕਰਦੇ ਹਾਂ ਡਾਈਸ ਨੂੰ, ਤਾਂ ਉਹਦੇ ਸਾਨੂੰ ਇਹ ਤਾਂ ਪਤਾ ਹੁੰਦਾ ਕਿ 1 ਤੋਂ ਲੈ ਕੇ 6 ਤੱਕ ਕੋਈ ਨੰਬਰ ਆਏਗਾ, ਪਰ ਐਗਜ਼ੈਕਟਲੀ ਕਿਹੜਾ ਨੰਬਰ ਆਏਗਾ ਇਹ ਸਾਨੂੰ ਨਹੀਂ ਪਤਾ ਹੁੰਦਾ। ਤਾਂ ਇਹੋ ਜਿਹੇ ਕੁਆਇਨ ਅਸੀਂ ਟੌਸ ਕਰਦੇ ਹਾਂ, ਠੀਕ ਆ, ਸਿੱਕਾ ਅਸੀਂ ਉਛਾਲਦੇ ਹਾਂ, ਉਹਦੇ ਵਿੱਚ ਸਾਡੇ ਕੋਲ ਹੈੱਡ ਵੀ ਆ ਸਕਦਾ, ਟੇਲ ਵੀ ਆ ਸਕਦਾ, ਠੀਕ, ਪਰ ਐਗਜ਼ੈਕਟਲੀ ਕੀ ਆਏਗਾ ਇਹ ਸਾਨੂੰ ਨਹੀਂ ਪਤਾ ਹੁੰਦਾ। ਤਾਂ ਇਹੋ ਜਿਹੇ ਜਿਹੜੇ ਐਕਸਪੈਰੀਮੈਂਟ ਹੈ ਇਹਨਾਂ ਨੂੰ ਅਸੀਂ ਰੈਂਡਮ ਐਕਸਪੈਰੀਮੈਂਟ ਬੋਲਦੇ ਹਾਂ। ਇਹਦੇ ਵਿੱਚ ਸਾਨੂੰ ਰਿਜ਼ਲਟ ਇਹ ਪਤਾ ਹੁੰਦੇ ਨੇ ਕਿ ਕੀ ਹੋ ਸਕਦੇ ਨੇ, ਪਰ ਐਗਜ਼ੈਕਟਲੀ ਕੀ ਹੋਏਗਾ ਇਹ ਸਾਨੂੰ ਨਹੀਂ ਪਤਾ ਹੁੰਦਾ। ਇਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਪ੍ਰਯੋਗ ਦੇ परिणाम। ठीक है, इनू असीं सैंपल स्पेस वर्ड जिहड़ा यूज़ करते हैं वास्ते, तो इनू करली ब्रैकेट्स आपां लिख लैने आ। किवें, हुण जिवें असीं पासा जिहड़ा कोई भी सुट्टांगे डाई नूं, जदों असीं रोल करांगे डाइस नूं, तो ਉਹਦੇ ਵਿੱਚ ਸਾਡੇ ਕੋਲ ਰਿਜ਼ਲਟ ਕੀ ਹੋ ਸਕਦੇ ਆ। 1 ਹੋ ਸਕਦਾ ਹੈ, 2 ਹੋ ਸਕਦਾ ਹੈ, 3 ਹੋ ਸਕਦਾ ਹੈ, 4 ਹੋ ਸਕਦਾ ਹੈ, 5 ਹੋ ਸਕਦਾ ਹੈ, ਜਾਂ 6 ਹੋ ਸਕਦਾ ਹੈ। ਸਾਨੂੰ ਪਤਾ ਕਿ ਉਹਦੇ ਤੇ 1 ਤੋਂ 6 ਤੱਕ ਨੰਬਰ ਜਿਹੜੇ ਉਹ ਲਿਖੇ ਹੋਣਗੇ, ਤਾਂ ਉਹਨਾਂ ਦੇ ਵਿੱਚੋਂ ਕੋਈ ਵੀ परिणाम ਜਿਹੜਾ ਹੈ ਉਹ ਸਾਡੇ ਕੋਲ ਆ ਸਕਦਾ ਹੈ। ਇਹ ਸਾਰੇ परिणाम ਜਿਹੜੇ ਪੋਸੀਬਲ ਨੇ, ਜਿਹੜੇ ਹੋ ਸਕਦੇ ਨੇ, ਉਹਨਾਂ ਨੂੰ ਜਦੋਂ ਅਸੀਂ ਇਵੇਂ ਕਰਲੀ ਬ੍ਰੈਕਟਸ ਦੇ ਵਿੱਚ ਇਕੱਠੇ ਕਰਕੇ ਲਿਖ ਲੈਂਦੇ ਹਾਂ, ਇਹਨੂੰ ਅਸੀਂ ਉਸ ਪ੍ਰਯੋਗ ਦਾ ਸੈਂਪਲ ਸਪੇਸ ਬੋਲਦੇ ਹਾਂ। ਠੀਕ ਹੈ, ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ। ਹਰ ਕੁਐਸਚਨ ਦੇ ਵਿੱਚ ਆਪਾਂ ਪਹਿਲਾਂ ਸਭ ਤੋਂ ਇਹੀ ਚੀਜ਼ ਦੇਖਿਆ ਕਰਨੀ ਹੈ ਕਿ ਇਹਦਾ परिणाम ਜਿਹੜੇ ਉਹ ਹੋ ਕੀ ਸਕਦੇ ਨੇ। ਠੀਕ, ਇਸ ਤੋਂ ਬਾਅਦ ਸਾਡੇ ਕੋਲ ਟਰਮ ਆਉਂਦੀ ਹੈ ਆਰੰਭਿਕ ਘਟਨਾਵਾਂ ਜਾਂ ਐਲੀਮੈਂਟਰੀ ਇਵੈਂਟਸ। ਇਹ ਜਿਹੜੇ परिणाम ਸਾਡੇ ਕੋਲ ਇਸ ਘਟਨਾ ਦੇ ਆਏ ਨੇ ਡਾਈ ਨੂੰ ਰੋਲ ਕਰਨ ਦੇ, ਉਹਦੇ ਵਿੱਚ ਜਿਹੜਾ ਇਹ ਹਰ ਇੱਕ परिणाम ਹੈ ਇਹਨੂੰ ਅਸੀਂ ਆਰੰਭਿਕ ਘਟਨਾ ਬੋਲਦੇ ਹਾਂ। ਮਤਲਬ 1 ਜਿਹੜਾ ਹੈ ਇਹ ਸਾਡੇ ਕੋਲ ਇੱਕ ਐਲੀਮੈਂਟਰੀ ਇਵੈਂਟ ਹੈ, 2 ਜਿਹੜਾ ਹੈ ਇਹ ਸਾਡੇ ਕੋਲ ਇਹ ਵੀ ਇੱਕ ਐਲੀਮੈਂਟਰੀ ਇਵੈਂਟ ਹੈ, 3 ਜਿਹੜਾ ਹੈ ਉਹ ਵੀ ਸਾਡੇ ਕੋਲ ਐਲੀਮੈਂਟਰੀ ਇਵੈਂਟ ਜਾਂ ਆਰੰਭਿਕ ਘਟਨਾ ਹੈ। ਸੋ ਕਹਿਣ ਦਾ ਭਾਵ ਜਦੋਂ ਅਸੀਂ ਪਾਸੇ ਨੂੰ ਸੁੱਟਦੇ ਹਾਂ ਤਾਂ ਸਾਡੇ ਕੋਲ ਕੁੱਲ ਕਿੰਨੀਆਂ ਐਲੀਮੈਂਟਰੀ ਇਵੈਂਟਸ ਜਾਂ ਕਿੰਨੀਆਂ ਆਰੰਭਿਕ ਘਟਨਾਵਾਂ ਹੁੰਦੀਆਂ, ਸਾਡੇ ਕੋਲ 6 ਆਰੰਭਿਕ ਘਟਨਾਵਾਂ ਜਿਹੜੀਆਂ ਉਹ ਹੋ ਸਕਦੀਆਂ ਨੇ। ਠੀਕ ਹੈ, ਇਸ ਤੋਂ ਬਾਅਦ ਵਰਡ ਤੁਹਾਨੂੰ ਮਿਲਿਆ ਦੇਖੋਗੇ ਤੁਸੀਂ ਕਿਤਾਬ ਦੇ ਵਿੱਚ ਘਟਨਾ, ਇਵੈਂਟ ਜਿਹਨੂੰ ਅਸੀਂ ਬੋਲਦੇ ਹਾਂ। ਇਹ ਟਰਮ ਵੀ ਆਪਾਂ ਬਹੁਤ ਵਾਰ ਕੁਐਸਚਨਸ ਦੇ ਵਿੱਚ ਯੂਜ਼ ਕਰਨੀ ਹੈ। ਘਟਨਾ ਦਾ ਮਤਲਬ ਕੀ ਹੁੰਦਾ, ਦੇਖੋ ਐਲੀਮੈਂਟਰੀ ਇਵੈਂਟਸ, ਆਰੰਭਿਕ ਘਟਨਾਵਾਂ ਦਾ ਸਾਡੇ ਕੋਲ ਉਹ ਸਾਰੀਆਂ ਹੋ ਗਈਆਂ ਜਿਹੜੇ परिणाम ਸਾਡੇ ਕੋਲ ਬਣ ਸਕਦੇ। ਇਹਦੇ ਵਿੱਚ ਇੱਕ ਨੂੰ ਅਸੀਂ ਆਰੰਭਿਕ ਘਟਨਾ ਬੋਲਦੇ ਹਾਂ।
ਇਹਦੇ ਵਿੱਚੋਂ ਕੁਝ ਘਟਨਾਵਾਂ, ਕੁਝ ਆਰੰਭਿਕ ਘਟਨਾਵਾਂ ਦਾ ਜਦੋਂ ਅਸੀਂ ਸੈੱਟ ਲੈਂਦੇ ਹਾਂ ਤਾਂ ਉਹਨੂੰ ਅਸੀਂ ਘਟਨਾ ਬੋਲਦੇ। ਜਿੱਦਾਂ ਅਗਰ ਕਿਹਾ ਜਾਵੇ ਕਿ परिणाम 3 ਤੋਂ ਘੱਟ ਹੋਵੇ, 3 ਤੋਂ ਘੱਟ ਹੋਵੇ ਦਾ ਮਤਲਬ 1 ਜਾਂ 2 ਦੋਨੋਂ ਹੋ ਸਕਦੇ ਆ, ਤਾਂ ਇਹ ਦੋਨਾਂ ਨੂੰ ਇਕੱਠੇ ਜਦੋਂ ਅਸੀਂ ਲੈਣਾ ਤਾਂ ਉਹਨੂੰ ਅਸੀਂ ਇੱਕ ਘਟਨਾ ਜਿਹੜੀ ਉਹ ਗਿਣ ਸਕਦੇ ਹਾਂ। ਠੀਕ ਹੈ, परिणाम ਜਿਸ ਸੰਖਿਆ ਹੋਵੇ 2, 4 ਜਾਂ 6 ਤਾਂ ਇਹ ਵੀ ਸਾਡੇ ਕੋਲ ਇੱਕ ਘਟਨਾ ਹੈ। परिणाम ਅਭਾਜ ਸੰਖਿਆ ਹੋਵੇ ਮਤਲਬ 2, 3, 5 ਇਹਨਾਂ 'ਚੋਂ ਕੋਈ ਹੋਵੇ, ਇਹ ਵੀ ਸਾਡੇ ਕੋਲ ਇੱਕ ਘਟਨਾ ਹੈ। ਬਾਕੀ ਘਟਨਾ ਦਾ ਕਨਸੈਪਟ ਜਦੋਂ ਅਸੀਂ ਸਵਾਲ ਕਰਾਂਗੇ ਉਹਦੇ 'ਚ ਹੋਰ ਜ਼ਿਆਦਾ ਤੁਹਾਨੂੰ ਕਲੀਅਰ ਹੋ ਜਾਏਗਾ। ਠੀਕ ਹੈ, ਇਸ ਤੋਂ ਬਾਅਦ ਵਾਲੀਆਂ ਟਰਮ ਸਾਡੇ ਕੋਲ ਹੈਗੀਆਂ ਨੇ ਅਸੰਭਵ ਘਟਨਾ, ਇੰਪੋਸੀਬਲ ਇਵੈਂਟ ਤੇ ਸ਼ੋਰ ਇਵੈਂਟ, ਜਾਂ ਨੂੰ ਸਰਟੇਨ ਇਵੈਂਟ ਵੀ, ਡੈਫੀਨੇਟ ਇਵੈਂਟ ਵੀ ਬੋਲਦੇ ਆਪਾਂ। ਨਿਸ਼ਚਿਤ ਘਟਨਾ, ਇਹਦਾ ਕੀ ਭਾਵ ਹੈ? ਇੰਪੋਸੀਬਲ ਇਵੈਂਟ ਦਾ ਮਤਲਬ ਹੈ ਉਹ ਵਾਲੀ ਘਟਨਾ ਜਿਹੜੀ ਕਿ ਇਸ ਪ੍ਰਯੋਗ ਦੇ ਵਿੱਚ ਹੋ ਹੀ ਨਹੀਂ ਸਕਦੀ। ਜਿਸ ਤਰ੍ਹਾਂ ਕਿ ਮੈਂ ਕਹਾਂ ਕਿ ਆਪਾਂ ਇੱਕ ਡਾਈਸ ਨੂੰ ਰੋਲ ਕੀਤਾ ਤੇ ਮੇਰੇ ਕੋਲ ਜਿਹੜਾ ਨੰਬਰ ਹੈ ਉਹਦੇ ਤੇ ਉਹ 7 ਆ ਗਿਆ, ਹੁਣ ਪੋਸੀਬਲ ਹੀ ਨਹੀਂ ਹੈ ਕਿਉਂਕਿ ਸਾਡੇ ਕੋਲ ਮੈਕਸਿਮਮ ਨੰਬਰ ਜਿਹੜਾ ਵੱਧ ਤੋਂ ਵੱਧ ਉਹ ਹੈ ਹੀ 6 ਹੈ, 6 ਤੋਂ ਬਾਅਦ 7 ਆ ਹੀ ਨਹੀਂ ਸਕਦਾ। ਤਾਂ ਅਗਰ ਸਾਨੂੰ ਇਹ ਕਿਹਾ ਜਾਵੇ ਡਾਈਸ ਰੋਲ ਕਰਨੀ ਹੈ ਜੀ, ਉਹਦੇ 'ਚ 7 ਆ ਸਕਦਾ ਜਾਂ 8 ਸੰਖਿਆ ਉੱਪਰ ਆ ਸਕਦੀ ਹੈ, ਤਾਂ ਉਹ ਸਾਡੇ ਕੋਲ ਉਹਨੂੰ ਅਸੀਂ ਕਹਾਂਗੇ ਕਿ ਇਹ ਤਾਂ ਭਾਈ ਅਸੰਭਵ ਘਟਨਾ ਹੈ, ਇਹ ਸਾਡੇ ਕੋਲ ਇੰਪੋਸੀਬਲ ਇਵੈਂਟ ਹੈ। ਠੀਕ ਹੈ, ਇਸ ਤੋਂ ਬਾਅਦ ਹੈ ਸ਼ੋਰ ਇਵੈਂਟ। ਸ਼ੋਰ ਇਵੈਂਟ ਦਾ ਮਤਲਬ ਹੁੰਦਾ ਕਿ ਪੱਕਾ ਜਿਹਦਾ ਸਾਨੂੰ ਪਤਾ ਹੀ ਹੈ ਕਿ ਹਾਂ ਇਹਨੇ ਤਾਂ ਹੋਣਾ ਹੀ ਹੋਣਾ ਹੈ। ਡਾਈਸ ਨੂੰ ਸੁੱਟਿਆ ਗਿਆ, ਪਾਸੇ ਨੂੰ ਸੁੱਟਿਆ ਗਿਆ, ਔਰ ਅਗਰ ਆਪਾਂ ਇਹ ਗੱਲ ਕਰੀਏ ਕਿ ਨੰਬਰ ਜਿਹੜਾ ਉਹ 6 ਤੋਂ ਛੋਟਾ ਆਏਗਾ ਤਾਂ ਪੱਕੀ, ਨੰਬਰ ਜਿਹੜਾ 7 ਤੋਂ ਛੋਟਾ ਆਏਗਾ, 6 ਜਾਂ 6 ਤੋਂ ਛੋਟਾ ਆਏਗਾ, ਤਾਂ ਉਹ ਪੱਕੀ ਗੱਲ ਹੈ, ਇਹ ਤਾਂ ਹੈ ਹੀ ਕਿਉਂਕਿ ਸਾਡੇ ਕੋਲ ਡਾਈਸ ਦੇ ਉੱਤੇ ਨੰਬਰ ਹੀ ਇਹ 6 ਤੱਕ ਹੈਗੇ ਨੇ ਸਾਰੇ। ਠੀਕ ਹੈ ਨਾ, ਤਾਂ ਜਦੋਂ ਅਸੀਂ ਰੋਲ ਕਰਾਂਗੇ ਤਾਂ ਉਹਦੇ 'ਚੋਂ ਜਿਹੜੀ ਆਨਸਰ ਹੈ ਸਾਡੇ ਕੋਲ ਉੱਪਰ ਵਾਲੀ ਸੰਖਿਆ ਜਿਹੜੀ ਹੋਏਗੀ ਡਾਈਸ ਦੀ, ਉਹਦੇ ਵਿੱਚੋਂ 6 ਜਾਂ 6 ਤੋਂ ਛੋਟਾ ਨੰਬਰ ਹੀ ਹੋਏਗਾ, ਤਾਂ ਪੱਕੀ ਗੱਲ ਹੈ ਨਾ। ਤਾਂ ਇਸ ਤਰ੍ਹਾਂ ਦੀ ਘਟਨਾ ਨੂੰ ਅਸੀਂ ਬੋਲਾਂਗੇ ਕਿ ਸਾਡੇ ਕੋਲ ਇਹ ਨਿਸ਼ਚਿਤ ਘਟਨਾ ਹੈ, ਸ਼ੋਰ ਇਵੈਂਟ ਹੈ। ਠੀਕ ਹੈ, ਤਾਂ ਅਸੰਭਵ ਘਟਨਾ ਮਤਲਬ ਕਿ ਪਾਸਾ ਸੁੱਟਿਆ ਤੇ 6 ਤੋਂ ਵੱਡੀ ਸੰਖਿਆ ਦਾ ਆਉਣਾ ਉਹਦੇ ਵਿੱਚ ਅਸੰਭਵ ਹੈ, ਔਰ ਸ਼ੋਰ ਇਵੈਂਟ ਨਿਸ਼ਚਿਤ ਘਟਨਾ ਕੀ ਹੈ ਕਿ ਜਦੋਂ ਅਸੀਂ ਪਾਸੇ ਨੂੰ ਸੁੱਟਿਆ ਤਾਂ ਉਹਦੇ ਵਿੱਚ 6 ਜਾਂ 6 ਤੋਂ ਛੋਟੀ ਸੰਖਿਆ ਦਾ ਉੱਪਰ ਆਉਣਾ ਉਹ ਨਿਸ਼ਚਿਤ ਹੀ ਹੈ, ਉਹ ਪੱਕਾ ਹੀ ਹੈ ਸਾਡੇ ਕੋਲ। ਠੀਕ, ਸੋ ਮੈਨੂੰ ਲੱਗਦਾ ਆਪਾਂ ਲੋਡਿੰਗ ਦੀਆਂ ਜਿੰਨੀਆਂ ਟਰਮ ਸਾਨੂੰ ਇਸ ਚੈਪਟਰ ਨੂੰ ਸਟਾਰਟ ਕਰਨ ਵਾਸਤੇ ਚਾਹੀਦੀਆਂ ਨੇ ਉਹ ਆਪਾਂ ਜ਼ਰੂਰ ਕਰ ਲਈਆਂ ਨੇ। ਪੇਸ਼ੈਂਸ ਨਾਲ ਤੁਸੀਂ ਸੁਣਿਆ, ਥੈਂਕ ਯੂ। ਸਭ ਤੋਂ ਪਹਿਲਾਂ ਸਾਡੇ ਕੋਲ ਕੋਈ ਵੀ ਐਕਸਪੈਰੀਮੈਂਟ ਹੈ ਉਹਦੇ 'ਚੋਂ ਆਪਾਂ ਇੱਕ ਚੂਜ਼ ਕੀਤਾ ਇੱਥੇ ਸਮਝਣ ਵਾਸਤੇ, ਪਾਸਾ ਡਾਈਸ ਨੂੰ ਰੋਲ ਕਰਨਾ, ਫਿਰ ਉਹਦੇ परिणाम ਜਿਹੜੇ ਉਹਨਾਂ ਨੂੰ ਇਕੱਠੇ ਕਰਕੇ ਆਪਾਂ ਲਿਖ ਲੈਂਦੇ ਹਾਂ। ਠੀਕ ਹੈ, ਉਹਨੂੰ ਅਸੀਂ ਸੈਂਪਲ ਸਪੇਸ ਬੋਲਦੇ ਹਾਂ। ਫਿਰ ਇਹ 1, 2, 3 ਜਿਹੜੇ ਹਰ ਇੱਕ ਘਟਨਾ ਹੈ, ਇੱਕ ਆਨਸਰ ਹੈ, ਇੱਕ परिणाम ਹੈ ਜਿਹੜਾ ਉਹਨੂੰ ਅਸੀਂ ਐਲੀਮੈਂਟਰੀ ਇਵੈਂਟ ਕਹਿੰਦੇ ਹਾਂ। ਠੀਕ ਹੈ, ਇਹਨਾਂ ਦੇ ਵਿੱਚੋਂ ਅਗਰ ਅਸੀਂ ਕੋਈ ਕੰਡੀਸ਼ਨ ਅਪਲਾਈ ਕਰ ਦਿੰਦੇ ਹਾਂ ਕਿ 3 ਤੋਂ ਘੱਟ ਨੰਬਰ ਹੋਣ ਜਾਂ ਜਿਸ ਸੰਖਿਆਵਾਂ ਹੋਣ ਜਾਂ ਅਪਾਜ ਸੰਖਿਆਵਾਂ ਹੀ ਹੋਣ, ਤਾਂ ਉਹ ਸਾਡੇ ਕੋਲ ਉਹਨੂੰ ਅਸੀਂ ਘਟਨਾ ਕਹਿੰਦੇ ਹਾਂ। ਇਹ ਕਨਸੈਪਟ ਤੁਸੀਂ ਕੁਐਸਚਨਸ ਦੇ ਵਿੱਚ ਜ਼ਿਆਦਾ ਵਧੀਆ ਢੰਗ ਦੇ ਨਾਲ ਸਮਝ ਜਾਓਗੇ। ਠੀਕ ਹੈ, ਉਸ ਤੋਂ ਬਾਅਦ ਅਸੰਭਵ ਘਟਨਾ ਤੇ ਸ਼ੋਰ ਇਵੈਂਟ, ਨਿਸ਼ਚਿਤ ਘਟਨਾ ਬਾਰੇ ਵੀ ਆਪਾਂ ਪੜ੍ਹ ਲਿਆ ਹੈ। ਇਸ ਤੋਂ ਬਾਅਦ ਅਸੀਂ ਇਹਦੇ 'ਚ ਇੱਕ ਫਾਰਮੂਲਾ ਜਿਹੜਾ ਯੂਜ਼ ਕਰਨਾ ਕੁਐਸਚਨਸ ਦੇ ਵਿੱਚ, ਮੇਨ ਫਾਰਮੂਲਾ ਜਿਹੜਾ ਇਸ ਚੈਪਟਰ ਦਾ ਉਹ ਸਾਡੇ ਕੋਲ ਹੈ। ਕਿਸੇ ਵੀ ਘਟਨਾ ਦੀ ਜਦੋਂ ਅਸੀਂ ਸੰਭਾਵਨਾ ਕੱਢਣੀ ਹੈ ਤਾਂ ਉਹਦੇ 'ਚ ਉਸ ਘਟਨਾ ਦੇ ਅਨੁਕੂਲ ਜਿਹੜੇ परिणामाਂ ਦੀ ਗਿਣਤੀ ਹੋਏਗੀ ਉਹ ਅਸੀਂ ਉੱਪਰ ਰੱਖਾਂਗੇ, ਔਰ ਕੁੱਲ ਜਿਹੜੇ परिणाम ਉਸ ਪ੍ਰਯੋਗ ਦੇ ਹੋ ਸਕਦੇ ਨੇ ਉਹ ਅਸੀਂ ਹੇਠਾਂ ਰੱਖਾਂਗੇ। ਠੀਕ ਹੈ, ਪ੍ਰੋਬੇਬਿਲਿਟੀ ਆਫ ਐਨ ਇਵੈਂਟ ਇਕੁਅਲਸ ਟੂ ਫੇਵਰੇਬਲ ਆਊਟਕਮਸ, ਨੰਬਰ ਆਫ ਫੇਵਰੇਬਲ ਆਊਟਕਮਸ। ਠੀਕ ਹੈ, ਔਰ ਨੰਬਰ ਆਫ ਟੋਟਲ ਆਊਟਕਮਸ ਨੀਚੇ ਰਹਿਣਗੀਆਂ ਜਿਹੜੀਆਂ ਉਸ ਪ੍ਰਯੋਗ ਦੀਆਂ ਹੋ ਸਕਦੀਆਂ ਨੇ, ਤੇ ਜਿਹੜੀਆਂ ਫੇਵਰੇਬਲ ਨੇ ਸਾਡੇ ਲਈ ਉਹ ਅਸੀਂ ਇੱਥੇ ਲਿਖਾਂਗੇ। ਉਹ ਕਿਵੇਂ, ਉਹ ਹੁਣ ਅਸੀਂ ਕੁਐਸਚਨ ਦੀ ਮਦਦ ਦੇ ਨਾਲ ਅੱਗੇ ਸਮਝਾਂਗੇ। ਹਾਂਜੀ, ਤੇ ਇੱਕ ਕੁਐਸਚਨ ਆਪਾਂ ਲੈਣੇ ਆ। ਮੰਨ ਲਓ ਅਸੀਂ ਇੱਕ ਪਾਸੇ ਨੂੰ ਸੁੱਟਦੇ ਹਾਂ, ਇੱਕ ਡਾਈਸ ਨੂੰ ਆਪਾਂ ਰੋਲ ਕਰਦੇ ਹਾਂ, ਤਾਂ ਉਹਦੇ 'ਚ ਅਸੀਂ ਸੰਭਾਵਨਾ ਜਿਹੜੀ ਪਤਾ ਕਰਨੀ ਹੈ, ਕਿਸ ਚੀਜ਼ ਦੀ ਸੰਭਾਵਨਾ ਪਤਾ ਕਰਨੀ ਹੈ? 4 ਤੋਂ ਵੱਡੀ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ, ਟਾਂਕ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ, 6 ਤੋਂ ਵੱਡੀ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ, 6 ਜਾਂ 6 ਤੋਂ ਛੋਟੀ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ। ਇਹ ਸਾਡੇ ਕੋਲ 4 ਜਿਹੜੀਆਂ ਨੇ ਇਹ ਘਟਨਾਵਾਂ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਪਾਂ ਇਸ ਪ੍ਰਯੋਗ ਦੇ ਵਿੱਚ ਲਿਖ ਸਕਦੇ ਹਾਂ। ਪਾਸੇ ਨੂੰ ਸੁੱਟਣਾ ਉਹ ਸਾਡੇ ਕੋਲ ਇੱਕ ਪ੍ਰਯੋਗ ਹੈ। ਠੀਕ ਹੈ, ਤਾਂ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ। ਇਹਨੂੰ ਆਪਾਂ ਕਿਵੇਂ ਕਰਨਾ ਹੈ? ਹੱਲ। ਤਾਂ ਆਪਾਂ ਇੱਥੇ ਲਿਖਦੇ ਹਾਂ ਕਿ ਇੱਕ ਪਾਸੇ ਨੂੰ ਸੁੱਟਣ ਤੇ ਇੱਕ ਪਾਸੇ ਨੂੰ ਭਾਵ ਕਿ ਡਾਈ ਨੂੰ ਰੋਲ ਕਰਨ ਤੇ ਸੁੱਟਣ ਤੇ ਸਾਰੇ ਸੰਭਵ परिणाम ਹਾਂਜੀ ਕੀ ਹੋ ਸਕਦੇ ਨੇ परिणाम? ਆਪਾਂ ਇਹਨਾਂ ਨੂੰ ਐਵੇਂ ਲਿਖ ਲਾਂਗੇ, ਐਸ ਭਾਵ ਕਿ ਸੈਂਪਲ ਸਪੇਸ। ਸਾਰੇ परिणाम ਕੀ ਹੋ ਸਕਦੇ? ਜਾਂ ਤਾਂ ਸਾਡੇ ਕੋਲ 1 ਆ ਸਕਦਾ ਹੈ, ਜਾਂ ਸਾਡੇ ਕੋਲ 2 ਆ ਸਕਦਾ ਹੈ, ਜਾਂ 3 ਆ ਸਕਦਾ ਹੈ, ਜਾਂ 4 ਆ ਸਕਦਾ ਹੈ, ਜਾਂ 5 ਆ ਸਕਦਾ ਹੈ, ਜਾਂ 6 ਆ ਸਕਦਾ ਹੈ। ਠੀਕ ਹੈ ਨਾ, ਤਾਂ ਇਹਨਾਂ ਤੋਂ ਇਲਾਵਾ ਹੋਰ ਕੋਈ ਆਨਸਰ ਸਾਡੇ ਕੋਲ ਨਹੀਂ ਹੋ ਸਕਦਾ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਕੁੱਲ परिणामाਂ ਦੀ ਜਿਹੜੀ ਸੰਖਿਆ ਹੈ ਸਾਡੇ ਕੋਲ ਉਹ ਕਿੰਨੀ ਹੈ? ਉਹ ਹੈ ਸਾਡੇ ਕੋਲ 6। तो सारे संभव परिणामों की गिणती
ਸਾਡੇ ਕੋਲ ਇਹਦੇ 'ਚ ਕੁੱਲ परिणाम ਜਿਹੜੇ ਉਹ 6 ਆ ਸਕਦੇ ਨੇ, मतलब ਇਹਨਾਂ ਦੇ ਵਿੱਚੋਂ ਕੋਈ ਵੀ ਰਿਜ਼ਲਟ ਸਾਨੂੰ ਇੱਕ ਮਿਲ ਸਕਦਾ ਹੈ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਪਹਿਲੇ ਸਵਾਲ ਦੀ। ਪਹਿਲੇ ਸਵਾਲ ਦੇ ਵਿੱਚ ਜਿਹੜੀ ਸਾਡੇ ਕੋਲ ਘਟਨਾ ਹੈ ਉਹ ਕੀ ਦਿੱਤੀ ਹੋਈ ਹੈ? ਘਟਨਾ, ਇਹਦਾ ਨਾਮ ਅਸੀਂ E ਰੱਖ ਲਾਂਗੇ। ਠੀਕ ਹੈ, ਕਿ 4 ਤੋਂ ਵੱਡੀ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ, 4 ਤੋਂ ਵੱਡੀ ਸੰਖਿਆ, ਹਾਂਜੀ। तो ਜਿਹੜੇ ਸਾਡੇ ਕੋਲ ਸੰਭਵ परिणाम ਹੈਗੇ ਉਹ ਹੈਗੇ 1 ਤੋਂ 6 ਤੱਕ। ਠੀਕ ਹੈ, ਇਹਦੇ ਵਿੱਚੋਂ 4 ਤੋਂ ਵੱਡੀਆਂ ਸੰਖਿਆਵਾਂ ਕਿਹੜੀਆਂ 5 ਤੇ 6। तो ਆਪਾਂ E ਜਿਹੜੀ ਘਟਨਾ ਹੈ ਆਪਾਂ ਇੱਥੇ ਲਿਖੀ ਹੈ E, ਇਹਨੂੰ ਆਪਾਂ E1 ਲਿਖ ਲਓ ਕਿਉਂਕਿ ਅੱਗੇ ਵੀ ਘਟਨਾਵਾਂ ਲਿਖਣੀਆਂ ਨੇ। ਇਹਦੇ ਵਿੱਚ ਸਾਡੇ ਕੋਲ ਕੀ ਪੋਸੀਬਲ ਆਊਟਕਮ ਸਾਡੇ ਕੋਲ ਇਹਦੇ 'ਚ ਹੈਗੀਆਂ 5 ਤੇ 6। ਠੀਕ ਹੈ, ਭਾਵ ਕਿ 4 ਤੋਂ ਵੱਡੀ ਸੰਖਿਆ ਸਾਡੇ ਕੋਲ ਸਿਰਫ 5 ਤੇ 6 ਹੋ ਸਕਦੀ ਹੈ। तो इस घटना के ਜਿਹੜੇ अनुकूल परिणाम है ਉਹਨਾਂ ਦੀ ਗਿਣਤੀ ਸਾਡੇ ਕੋਲ ਕਿੰਨੀ ਹੈ? सिर्फ ਤੇ सिर्फ 2। ठीक है ना, सो ठीक है। तो ਅਸੀਂ ਕੀ ਕਰਨਾ ਸੀ, ਆਪਾਂ ਇਸੇ ਘਟਨਾ ਦਾ ਕਿ 4 ਤੋਂ ਵੱਡੀ ਸੰਖਿਆ ਆਵੇ ਉਸ ਘਟਨਾ ਦਾ ਅਸੀਂ ਕੀ ਕਰਨੀ ਸੀ, ਅਸੀਂ ਇਹਦੀ ਸੰਭਾਵਨਾ ਇਸ ਕੁਐਸਚਨ ਦੇ ਵਿੱਚ ਕੱਢਣੀ ਸੀ। तो ਇਹਦੀ ਸੰਭਾਵਨਾ ਆਪਾਂ ਕਿਵੇਂ ਲਿਖ ਸਕਦੇ ਹਾਂ? E1 ਦੀ ਸੰਭਾਵਨਾ। ठीक है, ਇਹਨੂੰ ਅਸੀਂ ਲਿਖਦੇ ਹਾਂ PE1 ਦੇ ਨਾਲ। ठीक है, ਆਪਾਂ ਸਿਰਫ ਇਹਨਾਂ ਲਿਖ ਸਕਦੇ ਹਾਂ P ਪ੍ਰੋਬੇਬਿਲਿਟੀ ਆਫ E1, ਆਪਾਂ ਇਹਨੂੰ ਬੋਲਦੇ ਹਾਂ P ਬ੍ਰੈਕਟ ਦੇ ਵਿੱਚ E1। ਇਹਦਾ ਮਤਲਬ ਹੈ ਕਿ 4 ਤੋਂ ਵੱਡੀ ਸੰਖਿਆ ਆਉਣ ਦੀ ਸੰਭਾਵਨਾ ਸਾਡੇ ਕੋਲੋਂ ਕੀ ਹੋਏਗੀ। तो ਫਾਰਮੂਲਾਸ ਅਸੀਂ ਪਹਿਲਾਂ ਹੁਣੇ ਕਰਕੇ ਆਏ ਕਿ ਅਨੁਕੂਲ परिणाम ਅਸੀਂ ਉੱਪਰ ਲਿਖਣੇ ਨੇ ਔਰ ਜਿਹੜੇ ਕੁੱਲ परिणामाਂ ਦੀ ਗਿਣਤੀ ਹੈ ਉਹ ਅਸੀਂ ਕਿੱਥੇ ਲਿਖਾਂਗੇ, ਉਹ ਹੇਠਾਂ ਲਿਖਾਂਗੇ। अनुकूल परिणाम साढ़े कोल हैगे ने सिर्फ 2 ਤੇ कुल परिणाम साढ़े कोल हैगे ने 6। तो ਜਦੋਂ ਅਸੀਂ ਇਹਨੂੰ ਹੱਲ ਕਰਦੇ ਹਾਂ ਸਾਡੇ ਕੋਲ 1/3 ਬਣ ਜਾਂਦਾ ਹੈ। ਇਹਦਾ ਭਾਵ ਕੀ ਹੈ ਕਿ 4 ਤੋਂ ਵੱਡੀ ਸੰਖਿਆ ਆਉਣ ਦੀ ਜਿਹੜੀ ਸੰਭਾਵਨਾ ਹੈ ਉਹ ਸਾਡੇ ਕੋਲ 1/3 ਹੈ। ਜਦੋਂ ਵੀ ਇੱਕ ਪਾਸਾ ਸੁੱਟਿਆ ਜਾਂਦਾ ਹੈ, ਇੱਕ ਡਾਈਸ ਨੂੰ ਰੋਲ ਕੀਤਾ ਜਾਂਦਾ ਹੈ, ਤਾਂ ਉਹਦੇ 'ਚ ਸੰਖਿਆ ਜਿਹੜੀ ਰਿਜ਼ਲਟ ਹੈ ਸਾਡੇ ਕੋਲ ਉਹ 4 ਤੋਂ ਵੱਡਾ ਹੈ, ਉਹਦੀ ਸੰਭਾਵਨਾ ਸਾਡੇ ਕੋਲ ਉਹਦੀ ਪ੍ਰੋਬੇਬਿਲਿਟੀ ਕੀ ਬਣ ਜਾਂਦੀ 1/3 ਬਣ ਜਾਂਦੀ। ਠੀਕ ਹੈ, ਤਾਂ ਇਸੇ ਤਰ੍ਹਾਂ ਹੁਣ ਦੂਜਾ ਕੁਐਸਚਨ ਹੈ ਇਹਦਾ। ਦੂਜੇ ਦੇ ਵਿੱਚ ਕੀ ਸਾਨੂੰ ਕਿਹਾ ਗਿਆ ਸੀ ਕਿ ਟਾਂਕ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ। ਠੀਕ ਹੈ, ਤਾਂ ਇਹਦੇ 'ਚ ਅਸੀਂ ਜਿਹੜੀ ਘਟਨਾ ਇਹਨੂੰ ਅਸੀਂ E2 ਮੰਨ ਲਵਾਂਗੇ। ਟਾਂਕ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ, ਇਹ ਅਸੀਂ ਸੰਭਾਵਨਾ ਪਤਾ ਕਰਨੀ ਹੈ ਕਿ ਟਾਂਕ ਸੰਖਿਆ। ਅੱਛਾ, ਅਗਰ ਟਾਂਕ ਸੰਖਿਆ ਦੀ ਆਪਾਂ ਗੱਲ ਕਰਦੇ ਹਾਂ ਤਾਂ E2 ਦੇ ਵਿੱਚ ਸਾਡੇ ਕੋਲ ਜਿਹੜੇ परिणाम ਹੈ ਉਹ ਕਿਹੜੇ ਆ ਸਕਦੇ ਆ? ਜਾਂ ਤਾਂ 1 ਆ ਸਕਦਾ ਹੈ, ਜਾਂ 3 ਆ ਸਕਦਾ ਹੈ, ਜਾਂ 5 ਆ ਸਕਦੇ ਨੇ। ਠੀਕ ਹੈ, ਕੁੱਲ परिणाम ਸਾਡੇ ਕੋਲ 6 ਸੀਗੇ, 1 2 3 4 5 6। ਇਹਦੇ ਵਿੱਚੋਂ ਟਾਂਕ ਸੰਖਿਆਵਾਂ ਕਿਹੜੀਆਂ ਨੇ? 1 3 5। ਸੋ ਦੂਜੇ ਸਵਾਲ ਦੇ ਅਨੁਕੂਲ ਜਿਹੜੇ ਸਾਡੇ ਕੋਲ परिणाम ਨੇ ਉਹਦੇ ਵਿੱਚੋਂ ਸਿਰਫ 1 3 ਤੇ 5 ਨੇ। ਉਹ ਅਸੀਂ ਆਪਾਂ ਇੱਥੇ ਲਿਖ ਲਵਾਂਗੇ E2 = ਬ੍ਰੈਕਟ ਦੇ ਵਿੱਚ 1, 3, 5। तो E2 ਦੇ ਅਨੁਕੂਲ ਹੁਣ ਸਾਡੇ ਕੋਲ परिणामाਂ ਦੀ ਗਿਣਤੀ ਕਿੰਨੀ ਹੋ ਗਈ? E2 ਦੇ ਅਨੁਕੂਲ परिणाम मतलब ਟਾਂਕ ਸੰਖਿਆਵਾਂ ਦੀ ਗਿਣਤੀ। E2 ਦੇ ਅਨੁਕੂਲ परिणामाਂ ਦੀ ਗਿਣਤੀ ਅਗਰ ਇਹ 3 ਹੋ ਜਾਂਦੀ ਆ ਤਾਂ ਸਾਡੇ ਕੋਲ ਫਿਰ E2 ਭਾਵਨਾ ਕੀ ਹੋ ਜਾਏਗੀ? ਪ੍ਰੋਬੇਬਿਲਿਟੀ ਆਫ E2 ਇਹਨੂੰ ਆਪਾਂ ਲਿਖਦੇ ਹਾਂ। ठीक है, ਇਹਨੂੰ ਆਪਾਂ ਲਿਖ ਸਕਦੇ ਹਾਂ E2 ਦੀ ਸੰਭਾਵਨਾ ਜਾਂ ਟਾਂਕ ਸੰਖਿਆ ਆਉਣ ਦੀ ਸੰਭਾਵਨਾ, ਜਾਂ ਇਹਨੂੰ ਕਿਉਂਕਿ ਆਪਾਂ ਟਾਂਕ ਸੰਖਿਆ ਆਉਣ ਦੀ ਸੰਭਾਵਨਾ ਨੂੰ E2 ਲਿਖ ਲਿਆ ਸੀ ਤਾਂ ਆਪਾਂ ਇਹਨੂੰ ਸਿੰਪਲੀ P ਬ੍ਰੈਕਟਸ E2 ਲਿਖ ਸਕਦੇ ਹਾਂ। ਇਹਦਾ ਮਤਲਬ E2 ਦੀ ਪ੍ਰੋਬੇਬਿਲਿਟੀ ਜਾਂ E2 ਘਟਨਾ ਹੋਣ ਦੀ ਸੰਭਾਵਨਾ ਭਾਵ ਟਾਂਕ ਸੰਖਿਆ ਆਉਣ ਦੀ ਸੰਭਾਵਨਾ। तो ਇਹਦੇ 'ਚ ਫਿਰ ਉਹੀ ਫੇਵਰੇਬਲ ਆਊਟਕਮਸ ਆਪਾਂ ਉੱਪਰ ਲਿਖਣੀਆਂ ਨੇ। अनुकूल परिणाम और नीचे कुल परिणाम। अनुकूल परिणाम साढ़े को इस केस के 3 ने तो कुल परिणाम साढ़े को जो सवाल के 6 से, तो ये कट के साढ़े को बन जाता है 1/2। भाव कि जो असी पासे नूं सुटते हैं उहदे विच जिहड़ा परिणाम है वो टांक संख्या आवे, इसकी संभावना कितनी होंदी साढ़े को 1/2। और वैसे भी असी इत्थों देख ही सकते हैं कि साढ़े को जिहड़े सारे परिणाम ने इहदे विच 3 जिहड़ियां टांक संख्यावां ने और 3 जिस संख्यावां ने। तो टांक संख्या आने की संभावना भी साढ़े को अद्धी है और जिस संख्या आने की संभावना भी साढ़े को अद्धी बनती है। ठीक, एक चीज़ आप ये होर कर लेने जी वैसे क्वेश्चन पहला लिखी नहीं सी, जिस संख्या प्राप्त होने की संभावना। ठीक है, तो जिस संख्या प्राप्त होने की संभावना इनू आप घटना E3 मान लें।
ठीक है, कि सानू जिस संख्या जिहड़ी वो प्राप्त होए। तो E3 ਦੇ ਵਿੱਚ ਵੀ ਸਾਡੇ ਕੋਲ क्योंकि टोटल ਤਾਂ ਸਾਡੇ ਕੋਲ 6 परिणाम ने इस प्रयोग ਦੇ ਨਾ, ਉਹਦੇ ਵਿੱਚ ਜਿਹੜੇ E3 ਜਿਸ ਸੰਖਿਆਵਾਂ ਕਿਹੜੀਆਂ ਨੇ 2 4 ਤੇ 6। ਸੋ ਜਦੋਂ ਅਸੀਂ E3 ਦੀ ਪ੍ਰੋਬੇਬਿਲਿਟੀ ਪਤਾ ਕਰਾਂਗੇ, ਭਾਵ ਕਿ ਜਿਸ ਸੰਖਿਆਣ ਦੀ ਸੰਭਾਵਨਾ ਪਤਾ ਕਰਾਂਗੇ, ਤਾਂ ਉਹਦੇ 'ਚ ਜਿਹੜੇ ਅਨੁਕੂਲ परिणाम ਨੇ ਉਹ ਸਾਡੇ ਕੋਲ 3 ਹੋ ਜਾਣਗੇ। ਟੋਟਲ ਜਿਹੜੇ परिणाम ਸਾਡੇ ਕੋਲ 6, ਇਹ ਵੀ ਸਾਡੇ ਕੋਲ ਕੀ ਬਣੇਗਾ 1/2 ਬਣ ਜਾਏਗਾ। ਠੀਕ ਹੈ, ਤੋ ਅਸੀਂ ਦੇਖਿਆ ਕਿ ਸਾਡੇ ਕੋਲ ਜਿਹੜੇ ਇਹਦੇ ਵਿੱਚ ਡਾਂਕ ਸੰਖਿਆ ਆਉਣ ਦੀ ਸੰਭਾਵਨਾ ਸਾਡੇ ਕੋਲ ਉਹ ਵੀ 1/2 ਆਈ ਸੀ, ਤੇ ਇਸ ਤੋਂ ਬਾਅਦ ਬਾਕੀ ਜਿਹੜੀਆਂ ਸਾਰੀਆਂ ਸੰਖਿਆਵਾਂ ਬਚੀਆਂ ਸੀ ਜਿਸ ਉਹਨਾਂ ਦੇ ਆਉਣ ਦੀ ਸੰਭਾਵਨਾ ਵੀ ਸਾਡੇ ਕੋਲ 1/2 ਆਈ ਸੀ, ਔਰ ਕੁੱਲ ਸੰਭਾਵਨਾ ਸਾਡੇ ਕੋਲ ਇਹਦੇ 'ਚ 1 ਬਣੀ ਸੀ। ਇਹ ਰਿਜ਼ਲਟ ਧਿਆਨ ਦੇ ਵਿੱਚ ਰੱਖਣਾ, ਇਹਨੂੰ ਆਪਾਂ ਬਾਅਦ ਦੇ ਵਿੱਚ ਯੂਜ਼ ਕਰਨਾ, ਇਹਨੂੰ ਮੈਂ ਐਕਸਪਲੇਨ ਕਰਾਂਗਾ ਹੋਰ। ਠੀਕ ਹੈ, ਤੋ ਇਸ ਤੋਂ ਬਾਅਦ ਤੀਜਾ ਜਿਹੜਾ ਸਵਾਲ ਹੈ ਸਾਡੇ ਕੋਲ ਉਹ ਕੀ ਸੀ, 6 ਤੋਂ ਵੱਡੀ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ। ਠੀਕ ਹੈ, ਇਹਨੂੰ ਆਪਾਂ ਮੰਨ ਲਾਂਗੇ ਘਟਨਾ A4 E4 E4 6 ਤੋਂ ਵੱਡੀ ਸੰਖਿਆ। ਇਸ ਤੋਂ ਬਾਅਦ ਘਟਨਾ ਸਾਡੇ ਕੋਲ ਤੀਜੇ ਕੁਐਸਚਨ ਦੀ ਹੈ ਕਿ 6 ਤੋਂ ਵੱਡੀ ਸੰਖਿਆ ਜਿਹੜੀ ਆ ਉਹ ਸਾਨੂੰ ਪ੍ਰਾਪਤ ਹੋਵੇ। ਅੱਛਾ, ਹੁਣ 6 ਤੋਂ ਵੱਡੀ ਸੰਖਿਆ ਅਗਰ ਆਪਾਂ ਗੱਲ ਕਰੀਏ ਤਾਂ ਕਿਹੜੀ ਹੈ? ਜਦੋਂ ਅਸੀਂ ਡਾਈਸ ਨੂੰ ਰੋਲ ਕਰਦੇ ਹਾਂ ਤਾਂ ਉਹਦੇ 'ਚ ਸਾਡੇ ਕੋਲ ਪਾਸੇ ਦੇ ਵਿੱਚ ਹੈਗੀਆਂ ਸੰਖਿਆਵਾਂ 1 ਤੋਂ 6 ਤੱਕ ਨੇ, 6 ਤੋਂ ਵੱਡੀ ਕੋਈ ਸੰਖਿਆ ਹੈ ਹੀ ਨਹੀਂ। ਤਾਂ ਇਸ ਵੇਲੇ ਸਾਡੇ ਕੋਲ ਜਿਹੜੀ ਇਹਦੇ 'ਚ ਆਪਣੇ ਕੋਲ ਕੋਈ ਵੀ ਸੰਖਿਆ ਨਹੀਂ ਹੈਗੀ, ਇਹਨੂੰ ਆਪਾਂ ਐਵੇਂ ਖਾਲੀ ਲਿਖ ਸਕਦੇ ਹਾਂ। ਠੀਕ ਹੈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਸੇ ਉੱਤੇ 6 ਤੋਂ ਵੱਡੀ ਸੰਖਿਆ ਹੁੰਦੀ ਹੀ ਨਹੀਂ ਹੈ। ਸੋ ਆਪਾਂ ਲਿਖ ਸਕਦੇ ਹਾਂ ਇੱਥੇ 6 ਤੋਂ ਵੱਡੀ ਸੰਖਿਆ ਆਉਣ ਦੀ ਸੰਭਾਵਨਾ ਪ੍ਰਾਪਤ ਹੋਣ ਦੀ ਸੰਭਾਵਨਾ ਭਾਵ ਕਿ ਪ੍ਰੋਬੇਬਿਲਿਟੀ ਆਫ E4 है ना, ਜਿਹੜੀ ਆਪਾਂ ਇੱਥੇ ਲਿਖੀ ਹੈ। ਹਾਂਜੀ, ਇਹ ਕੀ ਆਏਗੀ? ਅਨੁਕੂਲ परिणाम। ਹਾਂਜੀ, ਕਿੰਨੇ परिणाम ਨੇ ਜਿਹੜੇ 6 ਤੋਂ ਵੱਡੇ ਨੇ? ਕੋਈ ਵੀ ਨਹੀਂ, 0। ਕੁੱਲ परिणाम 6 ਤੋਂ ਬਰਾਬਰ ਕੀ ਹੋ ਗਿਆ 0। तो P4 ਜਿਹੜਾ ਹੈ ਸਾਡੇ ਕੋਲ ਕੀ ਹੋ ਗਿਆ 0। ਠੀਕ ਹੈ, तो ਜਿਹੜੀ ਸੰਭਾਵਨਾ ਦੀ ਜਿਹੜੀ ਘਟਨਾ ਦੀ ਸਾਡੇ ਕੋਲ ਸੰਭਾਵਨਾ 0 ਹੋ ਜਾਏ ਉਹਨੂੰ ਅਸੀਂ ਬੋਲਦੇ ਹਾਂ ਅਸੰਭਵ ਘਟਨਾ। असंभव घटना भाव इम्पॉसिबल इवेंट। ठीक है, तो इसी तरह अगली जी साडे कोल चौथा पार्ट है ਉਹਦੇ 'ਚ ਸਾਡੇ ਕੋਲ ਘਟਨਾ ਕੀ ਹੈ, ਇਹਦਾ ਅਸੀਂ ਨਾਮ E5 ਰੱਖ ਲਵਾਂਗੇ। ਇਹ ਸਾਡੇ ਕੋਲ ਸੀ 6 ਜਾਂ 6 ਤੋਂ ਛੋਟੀ ਸੰਖਿਆ। ਜਾਂ 6 ਤੋਂ ਛੋਟੀ ਸੰਖਿਆ ਪ੍ਰਾਪਤ ਹੋਣੀ। तो E5 हाँ जी 6 ਜਾਂ 6 ਤੋਂ ਛੋਟੀ ਸੰਖਿਆ ਕਿਹੜੀ ਹੈ ਇਹਦੇ 'ਚ? 1 ਵੀ ਹੈ, 2 ਵੀ ਹੈ, 3 ਵੀ ਹੈ, 4 ਵੀ ਹੈ, 5 ਵੀ ਹੈ ਤੇ 6 ਵੀ ਹੈ। ਭਾਵ ਕਿ ਸਾਰੀਆਂ ਸੰਖਿਆਵਾਂ ਜਿਹੜੀਆਂ ਸਾਰੇ परिणाम ਸੀ ਉਹ ਸਾਡੇ ਕੋਲ ਇਸ ਘਟਨਾ ਦੇ ਵਿੱਚ ਆ ਗਏ। ਠੀਕ, तो ਇਹਦੇ 'ਚ ਹੁਣ ਜਦੋਂ ਅਸੀਂ E5 ਦੀ ਪ੍ਰੋਬੇਬਿਲਿਟੀ ਲਿਖਾਂਗੇ, ਪ੍ਰੋਬੇਬਿਲਿਟੀ ਆਫ E5 मतलब ਕਿ ਇਸ ਘਟਨਾ ਦੇ ਹੋਣ ਦੀ ਸੰਭਾਵਨਾ, ਇਹਦੇ ਜਿਹੜੇ ਅਨੁਕੂਲ परिणाम ਸਾਡੇ ਕੋਲ ਕਿੰਨੇ ਨੇ? 6 ਦੇ 6 ਹੀ ਨੇ, और कुल परिणाम वो भी साढ़े कोल 6 ही सी, तो बराबर की आ गया साढ़े कोल 1। तो E5 दी प्रोबेबिलिटी ये साढ़े कोल हो गई 1। ਇਹੋ ਜਿਹੀ ਜਿਹੜੀ ਘਟਨਾ ਹੈ ਜਿਹਦਾ ਪਤਾ ਹੀ ਹੈ ਕਿ ਇਹਨੇ ਤਾਂ ਹੋਣਾ ਹੀ ਹੋਣਾ ਹੈ, ਪਾਸੇ ਨੂੰ ਸੁੱਟਾਂਗੇ ਤਾਂ ਸੰਖਿਆ ਸਾਡੇ ਕੋਲ 6 ਤੋਂ ਛੋਟੀ ਹੀ ਪ੍ਰਾਪਤ ਹੋਏਗੀ। ਇਹੋ ਜਿਹੀ ਘਟਨਾ ਨੂੰ ਅਸੀਂ ਬੋਲਦੇ ਹਾਂ ਨਿਸ਼ਚਿਤ ਘਟਨਾ। निश्चित घटना या डेफिनेट इवेंट या ਅਸੀਂ ਇਹਨੂੰ श्योर इवेंट बोलते हैं, सर्टेन इवेंट भी बोलते हैं। ठीक है जी, तो कोई भी घटना ਜਿਹੜੀ ਹੋ ਹੀ ਨਹੀਂ ਸਕਦੀ ਉਹਦੀ ਸੰਭਾਵਨਾ ਕੀ ਹੁੰਦੀ ਹੈ? 0। ਕੋਈ ਵੀ ਘਟਨਾ ਜਿਹੜੀ ਪੱਕਾ ਕਿ ਹੋਣੀ ਹੀ ਹੋਣੀ ਆ ਉਹਦੀ ਸੰਭਾਵਨਾ ਕੀ ਹੁੰਦੀ ਹੈ ਸਾਡੇ ਕੋਲ? 1। ਮਤਲਬ ਸੰਭਾਵਨਾ ਦੀ ਕੀਮਤ ਜਿਹੜੀ ਸਾਡੇ ਕੋਲ ਵੱਧ ਤੋਂ ਵੱਧ ਹੈ ਉਹ 1 ਹੋ ਸਕਦੀ ਹੈ ਤੇ ਘੱਟ ਤੋਂ ਘੱਟ ਕਿੰਨੀ ਹੋ ਸਕਦੀ ਹੈ? 0। ਤੋਂ ਬਾਕੀ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਸਾਡੇ ਕੋਲ 0 ਅਤੇ 1 ਦੇ ਵਿਚਕਾਰ ਹੀ ਰਹਿਣਗੀਆਂ। ਹੁਣ ਆਪਾਂ ਇਹਦੇ ਤੋਂ ਥੋੜੇ ਜਿਹੇ ਰਿਜ਼ਲਟ ਜਿਹੜੇ ਉਹ ਲਿਖਣੇ ਨੇ, ਜਿਹੜੇ ਅਸੀਂ ਫਾਰਮੂਲੇ ਦੇ ਚੈਪਟਰ ਦੇ ਵਿੱਚ ਯੂਜ਼ ਕਰਨੇ ਨੇ। ਠੀਕ, ਸੋ ਅਸੀਂ ਕੁਝ ਨਤੀਜਿਆਂ ਤੇ ਇਹਦੇ 'ਚ ਪਹੁੰਚੇ ਹਾਂ। ਉਹਦੇ 'ਚ ਕੀ ਹੈ ਕਿ ਕਿਸੇ ਵੀ ਘਟਨਾ ਦੀ ਘੱਟ ਤੋਂ ਘੱਟ ਸੰਭਾਵਨਾ ਉਹ ਸਾਡੇ ਕੋਲ 0 ਹੋ ਸਕਦੀ ਹੈ। ਠੀਕ ਹੈ, ਕਿਸੇ ਵੀ ਘਟਨਾ ਦੀ ਵੱਧ ਤੋਂ ਵੱਧ ਸੰਭਾਵਨਾ ਸਾਡੇ ਕੋਲ 1 ਹੋ ਸਕਦੀ ਹੈ। 0 ਤੋਂ ਘੱਟ ਜਾਂ 1 ਤੋਂ ਜ਼ਿਆਦਾ ਕਿਸੇ ਵੀ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਕੋਈ ਵੀ ਪ੍ਰੋਬੇਬਿਲਿਟੀ ਹੈ ਕਿਸੇ ਵੀ ਇਵੈਂਟ ਦੀ ਹੈ ਉਹ ਸਾਡੇ ਕੋਲ 1 ਤੋਂ ਜ਼ਿਆਦਾ ਨਹੀਂ ਹੋ ਸਕਦੀ। 1 ਹੋ ਸਕਦੀ ਹੈ
और 0 तो घट नहीं हो सकती, 0 हो सकती है। 0 और 1 ਦੇ ਵਿਚਕਾਰ ਹੀ ਹਮੇਸ਼ਾ ਕਿਸੇ ਵੀ ਘਟਨਾ ਦੀ ਸੰਭਾਵਨਾ ਜਿਹੜੀ ਹੈ ਉਹ ਰਹਿੰਦੀ ਹੈ। ਠੀਕ, ਇਸ ਤੋਂ ਬਾਅਦ ਅਸੀਂ ਇਹਦੇ 'ਚ ਦੇਖਿਆ ਸੀਗਾ ਕਿ ਟਾਂਕ ਸੰਖਿਆ ਦੀ ਸੰਭਾਵਨਾ ਜਿਹੜੀ ਸਾਡੇ ਕੋਲ ਸੀ, ਪ੍ਰੋਬੇਬਿਲਿਟੀ ਆਫ ਔਡ ਨੰਬਰ ਟਾਂਕ ਸੰਖਿਆ, ਉਹ ਸਾਡੇ ਕੋਲ 1/2 ਆਈ ਸੀ। ਜਿਸ ਸੰਖਿਆ ਦੀ ਸੰਭਾਵਨਾ ਉਹ ਵੀ ਸਾਡੇ ਕੋਲ 1/2 ਆਈ ਸੀ, ਕਿਉਂਕਿ ਇਹਦੇ 'ਚ ਜਾਂ ਤਾਂ ਸਿਰਫ ਟਾਂਕ ਸੰਖਿਆਵਾਂ ਸੀਗੀਆਂ ਸਾਡੇ ਕੋਲ ਔਰ ਜਾਂ ਤਾਂ ਜਿਸ ਸੰਖਿਆਵਾਂ ਸੀ। तो जिस संख्यावां की जगह पर असीं ये भी लिख सकते हैं कि टांक संख्यावां ना होने की संभावना। ठीक है ना, जो टांक संख्या साडे कोल रिजल्ट दे विच नहीं होएगी, इहदा मतलब फिर कोई जिस संख्या ही होएगी। तो जिस संख्या की संभावना भाव टांक संख्या ना होवे, इहदी संभावना वो भी साडे कोल 1/2 बनी। और दोनों का जोड़ वो साडे कोल की बनिया, एक भाव टांक संख्या होने की संभावना ते टांक संख्या ना होने की संभावना का कुल जिहड़ा साडे कोल सी वो 1 बनिया। तो इसे ढंग दे नाल असीं इहनूं लिख सकते हैं कि किसी भी घटना के होने की संभावना प्लस घटना के ना होने की संभावना वो साडे कोल हमेशा 1 के बराबर होंदी है। ठीक है, घटना के होने की संभावना प्लस घटना के ना होने की संभावना। ये बराबर साडे कोल हमेशा 1। घटना के होने की संभावना नूं आपां PE लिख लैंदे। ई साडे कोल कोई भी ईवेंट है, घटना ईवेंट आपां पहलां गल कर चुके हैं, PE। ते ना होने दे लई आपां इहदा सिंबल ई दे उत्ते एवें बार पा दिंदे हैं। ठीक है, तो ये साडे कोल 1 के बराबर हुंदा। सो घटना के होने की संभावना जमा घटना के ना होने की संभावना बराबर 1। अगर सानूं ये पता होवे कि घटना के होने की संभावना की है और घटना के ना होने की संभावना असीं पता करनी है, तो असीं 1 दे विचों PE जिहड़ा है वो माइनस करना। ये भी साडे कोल इंपॉर्टेंट फॉर्मूला है इस चैप्टर का। एक चीज़ आपां इहदे च होर करांगे, साडे कोल ये सेम केस आपां उही कंसीडर कर रहे हैं पहलां वाला। 1 ਤੋਂ 6 तक परिणाम ने जदों असीं पासे नूं सुੱਟਦੇ हैं। ठीक है, तो ਇਹਦੇ ਵਿੱਚੋਂ 1 ਦੇ ਆਉਣ ਦੀ ਕੀ ਸੰਭਾਵਨਾ ਹੈ, मतलब ਪ੍ਰੋਬੇਬਿਲਿਟੀ ਆਫ 1। 1 ਦੇ ਆਉਣ ਦੀ ਸੰਭਾਵਨਾ, ਹੁਣ 1 ਜਿਹੜਾ ਹੈ ਉਹ 6 ਹੀ ਫੇਸ ਜਿਹੜੇ ਉਹਦੇ 6 ਪਾਸੇ ਨੇ ਡਾਈਸ ਦੇ, ਉਹਦੇ ਵਿੱਚ 1 ਤਾਂ ਇੱਕੋ ਵਾਰ ਲਿਖਿਆ ਹੋਇਆ, तो 1 ਇੱਕੋ ਤਰ੍ਹਾਂ ਆ ਸਕਦਾ है। ठीक है ना, कुल परिणाम 6 ने, तो 1 ਦੇ ਆਉਣ ਦੀ ਸੰਭਾਵਨਾ 1/6। इसी तरह अगर 2 ਦੇ ਆਉਣ ਦੀ ਸੰਭਾਵਨਾ देखिए वो भी ਸਾਡੇ ਕੋਲ 1/6 आएगी, क्योंकि 2 भी सारियां गिणतियां ਦੇ ਵਿੱਚ सिर्फ एक बार ही लिखा होया है ना। इसी तरह 3 ਦੇ ਆਉਣ ਦੀ ਸੰਭਾਵਨਾ वो भी ਸਾਡੇ ਕੋਲ 1/6 होएगी। 4 ਦੇ ਆਉਣ ਦੀ ਸੰਭਾਵਨਾ 1/6, 5 ਦੇ ਆਉਣ ਦੀ ਸੰਭਾਵਨਾ भी 1/6 और डाई सुट्टण ते 6 ਦੇ ਆਉਣ ਦੀ ਸੰਭਾਵਨਾ भी ਸਾਡੇ ਕੋਲ 1/6 ਹੁੰਦੀ ਹੈ। और अगर ਅਸੀਂ ਇਹ ਸਾਰਿਆਂ ਦਾ ਜੋੜ ਕਰਕੇ ਦੇਖੀਏ ਕੀ ਬਣਦਾ ਸਾਡੇ ਕੋਲ, 1 ਦੇ ਆਉਣ ਦੀ ਸੰਭਾਵਨਾ ਜਮਾ 2 ਦੇ ਆਉਣ ਦੀ ਸੰਭਾਵਨਾ ਜਮਾ 3 ਦੇ ਆਉਣ ਦੀ ਸੰਭਾਵਨਾ जमा 4 की प्रोबेबिलिटी प्लस प्रोबेबिलिटी ऑफ 5 प्लस प्रोबेबिलिटी ऑफ 6। हाँ जी, ये साडे कोल बनेगी 1/6 प्लस 1/6 प्लस 1/6 प्लस 1/6 प्लस 1/6। कितनी बार हो गया, 5 बार, 1 बार हो। ठीक है, तो ये सारे का हर बराबर है, तो ऊपर असी 1 नूं 6 बार जोड़ांगे तो साडे कोल 6/6 बन जाएगा। तो ये साडे कोल की हो गया 1। तो इत्थों साडे कोल एक होर जिहड़ा नतीजा वो सानूं मिलदा है, वो की है कि किसी भी घटना दे सारे आरंभिक किसी भी या किसी भी प्रयोग दे प्रयोग दियां किसी भी प्रयोग दियां किसी भी प्रयोग दियां सारियां आरंभिक घटनावां दी घटनावां दियां संभावनावां दा जोड़ हमेशा 1 होंदा है। ठीक है,
ਕਿਸੇ ਵੀ ਐਕਸਪੈਰੀਮੈਂਟ ਦੇ ਵਿੱਚ ਸਾਡੇ ਕੋਲ ਜਿਹੜੀਆਂ ਸਾਰੇ ਪ੍ਰਣਾਮ ਨੇ, ਇੱਕ ਪ੍ਰਣਾਮ ਜਿਹੜਾ ਹੈਗਾ ਉਹ ਸਾਰਿਆਂ ਦੀ ਇੱਕ ਦੀ ਜਦੋਂ ਅਸੀਂ ਸੰਭਾਵਨਾ ਪਤਾ ਕਰਾਂਗੇ ਫਿਰ ਉਹਨੂੰ ਜੋੜਾਂਗੇ ਤਾਂ ਹਮੇਸ਼ਾ ਸਾਡੇ ਕੋਲ ਜਿਹੜਾ ਉੱਤਰ ਹੈ ਉਹ 1 ਦੇ ਬਰਾਬਰ ਹੀ ਹੁੰਦਾ ਹੈ। ਸੋ ਐਕਸਰਸਾਈਜ਼ 15.1 ਦਾ ਪਹਿਲਾ ਕੁਐਸਚਨ ਜਿਹੜਾ ਸਾਡੇ ਕੋਲ ਖਾਲੀ ਸਥਾਨ ਹੈ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਪਹਿਲੀ ਸਾਡੇ ਕੋਲ ਜਿਹੜੀ ਖਾਲੀ ਥਾਂ ਹੈ ਉਹ ਕੀ ਹੈ ਕਿ ਘਟਨਾ E ਦੀ ਸੰਭਾਵਨਾ ਜਮਾ घटना E नहीं ਦੀ ਸੰਭਾਵਨਾ ਬਰਾਬਰ ਕੀ ਹੋਏਗੀ, ਆਪਾਂ ਹੁਣੇ ਕਰਕੇ ਆਏ ਆ 1, ਬਿਲਕੁਲ ਸਹੀ 1 ਹੋਏਗੀ, 1 ਹੈ। ਉਸ ਘਟਨਾ ਦੀ ਸੰਭਾਵਨਾ ਜੋ ਵਾਪਰ ਨਹੀਂ ਸਕਦੀ, ਹਾਂਜੀ ਜਿਹੜੀ ਹੋ ਹੀ ਨਹੀਂ ਸਕਦੀ ਉਹਦੀ ਸੰਭਾਵਨਾ ਸਾਡੇ ਕੋਲ ਕੀ ਹੁੰਦੀ ਹੈ ਵੀ ਆਪਾਂ ਗੱਲ ਕਰਕੇ ਆਏ 0 ਹੈ। ਅਜਿਹੀ ਘਟਨਾ ਨੂੰ ਕੀ ਕਹਿੰਦੀ ਹੈ, ਉਹ ਕੀ ਕਹਿੰਦੇ ਆਪਾਂ, ਅਜਿਹੀ ਘਟਨਾ ਅਸੰਭਵ ਘਟਨਾ ਕਹਾਉਂਦੀ ਹੈ। ਵੈਰੀ ਗੁੱਡ। ਤੀਜਾ ਸਵਾਲ ਹੈ ਸਾਡੇ ਕੋਲ ਉਸ ਘਟਨਾ ਦੀ ਸੰਭਾਵਨਾ ਜਿਸ ਦਾ ਵਾਪਰਨਾ ਨਿਸ਼ਚਿਤ ਹੈ, ਹਾਂਜੀ ਜਿਹੜੀ ਨਿਸ਼ਚਿਤ ਘਟਨਾ ਹੁੰਦੀ ਉਹਦੀ ਸੰਭਾਵਨਾ ਸਾਡੇ ਕੋਲ ਕੀ ਹੁੰਦੀ ਹੈ 1 ਹੈ। ਅਜਿਹੀ ਘਟਨਾ ਨਿਸ਼ਚਿਤ ਘਟਨਾ ਕਹਾਉਂਦੀ ਹੈ, ਇਹਦੇ 'ਚ ਨਿਸ਼ਚਿਤ ਆਏਗਾ ਸਾਡੇ ਕੋਲ। ਚੌਥਾ ਸਾਡੇ ਕੋਲ ਹੈ ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ, ਹਾਂਜੀ ਇਹ ਵੀ ਅਸੀਂ ਕਰਕੇ ਆਏ ਹਾਂ। ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ ਹਮੇਸ਼ਾ 1 ਹੁੰਦਾ ਹੈ, ਠੀਕ ਹੈ। ਪੰਜਵਾਂ ਕਿਸੇ ਘਟਨਾ ਦੀ ਸੰਭਾਵਨਾ ਡੈਸ਼ ਤੋਂ ਵੱਡੀ ਜਾਂ ਉਸ ਦੇ ਬਰਾਬਰ ਹੁੰਦੀ ਹੈ, ਭਾਵ ਕਿ 0 ਤੋਂ ਵੱਡੀ ਜਾਂ ਉਸ ਦੇ ਬਰਾਬਰ ਹੁੰਦੀ ਹੈ ਅਤੇ 1 ਤੋਂ ਛੋਟੀ ਜਾਂ ਉਸ ਦੇ ਬਰਾਬਰ ਹੁੰਦੀ ਹੈ। ਆਪਾਂ ਗੱਲ ਕੀਤੀ ਹੈ ਨਾ 0 ਜਾਂ 0 ਤੋਂ ਵੱਡੀ ਹੋ ਸਕਦੀ ਹੈ ਸੰਭਾਵਨਾ, 1 ਜਾਂ 1 ਤੋਂ ਛੋਟੀ ਹੋ ਸਕਦੀ ਹੈ। 0 ਤੋਂ ਛੋਟੀ ਕਦੇ ਸੰਭਾਵਨਾ ਕਿਸੇ ਵੀ ਘਟਨਾ ਦੀ ਨਹੀਂ ਹੁੰਦੀ ਔਰ 0 ਤੋਂ ਵੱਡੀ ਵੀ ਕਿਸੇ ਘਟਨਾ ਦੀ ਕਦੇ ਵੀ ਸੰਭਾਵਨਾ ਨਹੀਂ ਹੁੰਦੀ। ਇਸ ਤੋਂ ਬਾਅਦ ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ, ਹੇਠਾਂ ਦਿੱਤੇ ਪ੍ਰਯੋਗਾਂ ਵਿੱਚੋਂ ਕਿਹੜੇ ਪ੍ਰਯੋਗਾਂ ਦੇ ਪ੍ਰਣਾਮ ਸਮਸੰਭਾਵੀ ਹਨ। ਸਮਸੰਭਾਵੀ ਦਾ ਭਾਵ ਇਕੁਅਲੀ ਲਾਈਕਲੀ, ਇਹਦਾ ਮਤਲਬ ਹੁੰਦਾ ਹੈ ਜਿਵੇਂ ਅਸੀਂ ਪਾਸੇ ਨੂੰ ਸੁੱਟਿਆ ਤਾਂ ਉਹਦੇ ਵਿੱਚ ਸਾਡੇ ਕੋਲ 1 ਤੋਂ 6 ਤੱਕ ਕੋਈ ਵੀ ਉੱਤਰ ਆ ਸਕਦਾ ਤਾਂ ਹਰ ਇੱਕ ਦੇ ਆਉਣ ਦੇ ਚਾਂਸ ਜਿਹੜੇ ਉਹ ਬਰਾਬਰ ਨੇ, ਠੀਕ ਹੈ। ਉਹਦੇ ਵਿੱਚ ਇਦਾਂ ਨਹੀਂ ਹੈ ਕਿ ਇੱਕ ਜਿਹੜਾ ਉਹਦੇ ਚਾਂਸ ਜ਼ਿਆਦਾ ਨੇ ਜਾਂ 2 ਦੇ ਆਉਣ ਦੇ ਚਾਂਸ ਜ਼ਿਆਦਾ ਨੇ, ਹੈ ਨਾ। ਹਰ ਇੱਕ ਸੰਖਿਆ ਦੇ ਆਉਣ ਦੇ ਚਾਂਸ ਜਿਹੜੇ ਉਹ ਬਰਾਬਰ ਨੇ। ਇਹੋ ਜਿਹੀਆਂ ਘਟਨਾਵਾਂ ਪ੍ਰਯੋਗਾਂ ਨੂੰ ਉਹਨਾਂ ਨੂੰ ਅਸੀਂ ਸਮਸੰਭਾਵੀ ਪ੍ਰਣਾਮਾਂ ਵਾਲੇ ਬੋਲਦੇ ਹਾਂ, ਠੀਕ ਹੈ। ਇਹਦੇ ਪ੍ਰਣਾਮ ਜਿਹੜੇ ਉਹ ਕੋਈ ਵੀ ਆ ਸਕਦਾ ਹੈ ਕਿਸੇ ਦੇ ਨਾਲ। ਅਸੀਂ ਜਦੋਂ ਸਿੱਕਾ ਸੁੱਟਦੇ ਹਾਂ ਤਾਂ ਉਹਦੇ 'ਚ ਹੈਡ ਜਾਂ ਟੇਲ ਕੁਝ ਵੀ ਆ ਸਕਦਾ ਹੈ ਨਾ। तो पहला साडे कोल की है कि एक ड्राइवर कार चलाउण दा यतन करदा है, कार चलनी शुरू हो जाती है ਜਾਂ ਕਾਰ ਚੱਲਣੀ ਸ਼ੁਰੂ ਨਹੀਂ ਹੁੰਦੀ। ਹੁਣ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਾਂ ਨਹੀਂ ਸ਼ੁਰੂ ਹੁੰਦੀ, ਇਹ ਦੋਨੋਂ ਸਮਸੰਭਾਵੀ ਪ੍ਰਣਾਮ ਨਹੀਂ ਹਨ, ਠੀਕ ਹੈ ਨਾ। ਤਾਂ ਹੋ ਸਕਦਾ ਹੈ ਕਾਰ ਦੇ ਵਿੱਚ ਕੋਈ ਨੁਕਸ ਹੋਵੇ ਤੇ ਕਾਰ ਕਿਤੇ ਨਾ ਚੱਲੇ, ਹੈ ਨਾ, ਪਰ ਕਾਰ ਦੇ ਵਿੱਚ ਕੋਈ ਨੁਕਸ ਨਹੀਂ ਹੈ ਤੇ ਕਾਰ ਚੱਲ ਵੀ ਸਕਦੀ ਹੈ, ਸਟਾਰਟ ਵੀ ਹੋ ਸਕਦੀ ਹੈ। तो ये दोनों समसंभावी नहीं है, ये इक्वल चांस नहीं है। आप ये नहीं कह सकते कि बराबर बराबर चांस है वे कार जी चलनी शुरू हो जाएगी तो कार नहीं चलनी शुरू होएगी, ये बराबर चांस नहीं है। क्यों नहीं है? आप सौखा तरीके नाल देख सकते हैं, अगर साडे कोल घर दे विच कार है या कोई स्कूटर है तो इदां तां नहीं हुंदा कि एक दिन उन्हें चलना तो दूजे दिन उन्हें नहीं चलना, है ना। या जे 4 दिन आप कोशिश करते हैं तो 2 दिन चलती है तो 2 दिन नहीं चलती, इदां नहीं हुंदा। ज़्यादातर वो साडे कोल कार जी चलती है, पर किसी वेले उहदे च कोई नुक्स आ सकता है तो किसी वेले वो जी तंगी दे सकती है, वे नहीं चल सकती, ठीक है। तो कार चलनी या कार ना चलनी ये समसंभावी परिणाम नहीं है। दूसरा सवाल साडे कोल है कि एक खिडारी ਬਾਸਕਟਬਾਲ ਨੂੰ ਬਾਸਕਟ ਵਿੱਚ ਪਾਉਣ ਦਾ ਯਤਨ ਕਰਦੀ ਹੈ, ਉਹ ਬਾਸਕਟ ਵਿੱਚ ਗੇਂਦ ਪਾ ਸਕਦੀ ਹੈ ਜਾਂ ਨਹੀਂ ਪਾ ਸਕਦੀ। ਤੋ ਇਸ ਦੇ ਜਿਹੜੇ ਦੋਨੋਂ ਪ੍ਰਣਾਮ ਨੇ ਸਾਡੇ ਕੋਲ ਉਹ ਵੀ ਸਮਸੰਭਾਵੀ ਨਹੀਂ ਹਨ। ਕਿਉਂ ਨਹੀਂ ਹਨ? ਕਿਉਂਕਿ ਬਾਸਕਟਬਾਲ ਜਿਹੜੀ ਹੈਗੀ ਹੈ, ਬਾਲ ਨੂੰ ਬਾਸਕਟ ਦੇ ਵਿੱਚ ਪਾਉਣਾ ਉਹ ਉਹਦੀ ਪ੍ਰੈਕਟਿਸ 'ਤੇ ਡਿਪੈਂਡ ਕਰਦਾ ਹੈ। ਅਗਰ ਤਾਂ ਬਹੁਤ ਜ਼ਿਆਦਾ ਉਹਨੂੰ ਅਭਿਆਸ ਹੈ ਤਾਂ ਹੋ ਸਕਦਾ ਉਹ ਅਗਰ 10 ਵਾਰ ਟਰਾਈ ਕਰੇ ਤਾਂ ਉਹਦੇ ਵਿੱਚੋਂ 9 ਵਾਰ ਉਹ ਬਾਲ ਨੂੰ ਬਾਸਕਟ ਦੇ ਵਿੱਚ ਪਾ ਦੇ, ਹੈ ਨਾ। ਔਰ ਉਹ ਅਣਜਾਣ ਵੀ ਹੋ ਸਕਦਾ ਹੈ, ਜੇ ਉਹ ਖਿਡਾਰੀ ਅਣਜਾਣ ਹੈ, ਜੇ ਨਵਾਂ ਹੈ ਤਾਂ ਹੋ ਸਕਦਾ 10 ਵਾਰ ਉਹ ਬਾਲ ਨੂੰ ਟਰਾਈ ਕਰੇ ਤਾਂ ਉਹਦੇ ਵਿੱਚੋਂ ਸਿਰਫ 1 ਵਾਰ ਪਾ ਸਕੇ। ਸੋ ਖਿਡਾਰੀ ਦਾ ਬਾਸਕਟਬਾਲ ਨੂੰ ਬਾਸਕਟ ਵਿੱਚ ਪਾਉਣ ਦਾ ਯਤਨ ਜਿਹੜਾ ਹੈ ਉਹਦੇ ਦੋਨੋਂ परिणाम कि बॉल बास्केट 'ਚ ਪੈਂਦੀ ਹੈ ਜਾਂ ਨਹੀਂ ਇਕੁਅਲੀ ਲਾਈਕਲੀ ਨਹੀਂ ਹੈਗੇ, ਸਮਸੰਭਾਵੀ ਨਹੀਂ ਹੈਗੇ। ਇਹਨਾਂ ਦੀ ਸੰਭਾਵਨਾ ਅਲੱਗ-ਅਲੱਗ ਹੈ। ਉਹ ਖਿਡਾਰੀ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਖਿਡਾਰੀ ਨੂੰ ਕਿੰਨਾ ਕੁ ਅਭਿਆਸ ਹੈ ਜਾਂ ਖਿਡਾਰੀ ਨੂੰ ਕਿੰਨਾ ਕੁ ਅਭਿਆਸ ਨਹੀਂ ਹੈ, ਠੀਕ ਹੈ। ਤੀਜਾ ਸਾਡੇ ਕੋਲ ਹੈ ਕਿ ਇੱਕ ਸੱਚ ਜਾਂ ਝੂਠ ਪ੍ਰਸ਼ਨ ਦਾ ਅਨੁਮਾਨ ਲਗਾਇਆ ਜਾਂਦਾ ਹੈ, ਉੱਤਰ ਸਹੀ ਹੈ ਜਾਂ ਗਲਤ ਹੋਵੇਗਾ। ਜਦੋਂ ਸਾਡੇ ਕੋਲ ਕੁਐਸਚਨ ਕੋਈ ਆਉਂਦਾ ਜਿਹਦੇ 'ਚ ਅਸੀਂ ਇਹ ਦੱਸਣਾ ਹੁੰਦਾ ਕਿ ਕਥਨ ਜਿਹੜਾ ਸੱਚ ਹੈ ਜਾਂ ਝੂਠ ਹੈ ਤਾਂ ਉਹਦੇ 'ਚ ਇਕੁਅਲ ਹੀ ਉਹਦੇ ਚਾਂਸਸ ਹੁੰਦੇ, ਉਹ ਸਹੀ ਵੀ ਹੋ ਸਕਦਾ ਤੇ ਗਲਤ ਵੀ ਹੋ ਸਕਦਾ। ਇਹ ਸਾਡੇ ਕੋਲ ਜਿਹੜਾ ਇਕੁਅਲੀ ਲਾਈਕਲੀ ਜਾਂ ਸਮਸੰਭਾਵੀ ਪਰਿਣਾਮਾਂ ਵਾਲਾ ਕੇਸ ਹੈਗਾ, ਠੀਕ ਹੈ।
चौथा, एक बच्चे का जन्म हुंदा है वो एक लड़का है जां लड़की है। बिल्कुल ये भी साडे कोल समसंभावी केस बननगे, क्योंकि जां ते वो लड़का हो सकता है या साडे कोल लड़की हो सकती है। इदां नहीं हुंदा कि ਇਹਦੇ 'ਚ ਕੋਈ ਸਾਡੇ ਕੋਲ ਆਪਾਂ ਇਹ ਨਹੀਂ ਕਹਿ ਸਕਦੇ ਲੜਕਾ ਹੋਣ ਦੇ ਜ਼ਿਆਦਾ ਚਾਂਸ ਹੈ ਜਾਂ ਲੜਕੀ ਹੋਣ ਦੇ ਜ਼ਿਆਦਾ ਚਾਂਸ ਹੈ। ਇਕੁਅਲ ਚਾਂਸ ਹੁੰਦੇ ਆ, ਲੜਕਾ ਵੀ ਹੋ ਸਕਦਾ ਤੇ ਲੜਕੀ ਵੀ ਹੋ ਸਕਦੀ ਹੈ। ਠੀਕ ਹੈ, ਤਾਂ ਇਹ ਚਾਰੋਂ ਕੇਸਿਸ ਦੇ ਵਿੱਚੋਂ ਪਹਿਲੇ ਦੋ ਦੇ ਜਿਹੜੇ ਪ੍ਰਣਾਮ ਸੀ ਉਹ ਸਾਡੇ ਕੋਲ ਸਮਸੰਭਾਵੀ ਨਹੀਂ ਸੀਗੇ, ਦੂਸਰੇ ਦੋਨਾਂ ਦੇ ਜਿਹੜੇ ਪ੍ਰਣਾਮ ਸੀ ਉਹ ਸਾਡੇ ਕੋਲ ਸਮਸੰਭਾਵੀ ਹੈਗੇ ਨੇ। ਇਸ ਤੋਂ ਬਾਅਦ ਤੀਜਾ ਸਵਾਲ ਸਾਡੇ ਕੋਲ ਹੈ ਕਿ ਫੁੱਟਬਾਲ ਦੇ ਖੇਡ ਨੂੰ ਆਰੰਭ ਕਰਦੇ ਸਮੇਂ ਇਹ ਫੈਸਲਾ ਲੈਣ ਲਈ ਕਿ ਕਿਹੜੀ ਟੀਮ ਪਹਿਲਾਂ ਗੇਂਦ ਲਵੇਗੀ, ਇਸ ਦੇ ਲਈ ਸਿੱਕਾ ਉਛਾਲਣਾ ਇੱਕ ਨਿਆਂ ਸੰਗਤ ਵਿਧੀ ਕਿਉਂ ਮੰਨਿਆ। ਸੋ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਜਦੋਂ ਅਸੀਂ ਸਿੱਕਾ ਉਛਾਲਦੇ ਜਾਂ ਸੁੱਟਦੇ ਹਾਂ ਤਾਂ ਚਿੱਤ ਜਾਂ ਪੱਟ ਭਾਵ ਹੈਡ ਜਾਂ ਟੇਲ ਆਉਣ ਦੀ ਸੰਭਾਵਨਾ ਬਰਾਬਰ ਹੁੰਦੀ ਹੈ, ਬਰਾਬਰ ਦੀ ਸੰਭਾਵਨਾ ਹੈ। ਇਸ ਲਈ ਕਿਸੇ ਸਿੱਕੇ ਨੂੰ ਉਛਾਲਣ ਨਾਲ ਆਉਣ ਵਾਲੇ ਸਿੱਟੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਸੋ ਕੋਈ ਵੀ ਖਿਡਾਰੀ ਇਹ ਪਹਿਲਾਂ ਅੰਦਾਜ਼ਾ ਨਹੀਂ ਲਗਾ ਸਕਦਾ ਵੀ ਹੈਡ ਆਏਗਾ ਤੇ ਮੈਂ ਹੈਡ ਮੰਗ ਲਾਂ ਤਾਂ ਹੈਡ ਜਿਹੜਾ ਜਿੱਤ ਜਾਵਾਂਗਾ, ਹੈ ਨਾ। ਤੋ ਦੋਨਾਂ ਦੇ ਵਿੱਚੋਂ ਕੋਈ ਵੀ ਆ ਸਕਦਾ, ਇਸ ਕਰਕੇ ਅਸੀਂ ਉਹਦੇ ਬਾਰੇ ਕਹਿ ਨਹੀਂ ਸਕਦੇ। ਇਸ ਲਈ ਸਿੱਕਾ ਉਛਾਲਣਾ ਜਿਹੜਾ ਇੱਕ ਨਿਆਂ ਸੰਗਤ ਵਿਧੀ ਹੈ। ਇਸ ਤੋਂ ਬਾਅਦ ਚੌਥਾ ਸਵਾਲ ਤੁਸੀਂ ਦੇਖ ਸਕਦੇ ਹੋ, ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਸਾਡੇ ਕੋਲ ਚਾਰ ਆਪਸ਼ਨਸ ਦਿੱਤੀਆਂ ਨੇ। ਪਹਿਲੀ ਹੈ 2/3 -1.5 15% ਤੇ 0.7। ਹੁਣ ਇਹਦੇ 'ਚ ਜਿਹੜਾ ਨੈਗੇਟਿਵ ਨੰਬਰ ਹੈ -1.5 ਉਹ ਕਦੇ ਵੀ ਨਹੀਂ ਹੋ ਸਕਦੀ। ਕਿਸੇ ਵੀ ਘਟਨਾ ਦੀ ਸੰਭਾਵਨਾ ਕਦੇ ਵੀ ਰਿਣਾਤਮਕ ਨਹੀਂ ਹੁੰਦੀ। ਅਸੀਂ ਗੱਲ ਕਰ ਚੁੱਕੇ ਹਾਂ ਕਿ ਘਟਨਾ ਦੀ ਸੰਭਾਵਨਾ 0 ਤੋਂ ਲੈ ਕੇ 1 ਤੱਕ ਕੁਝ ਵੀ ਕੀਮਤ ਹੋ ਸਕਦੀ ਹੈ। 0 ਵੀ ਹੋ ਸਕਦੀ, 1 ਵੀ, 1 ਤੋਂ ਜ਼ਿਆਦਾ ਨਹੀਂ ਹੋ ਸਕਦੀ, 0 ਤੋਂ ਛੋਟੀ ਨਹੀਂ ਹੋ ਸਕਦੀ। ਸੋ -1.5 ਜਿਹੜਾ ਇਹਦੇ 'ਚ ਗਲਤ ਆਨਸਰ ਹੈ, ਭਾਵ ਕਿ ਇਹ ਨਹੀਂ ਹੋ ਸਕਦੀ ਤੇ ਇਹੀ ਸਾਡੇ ਕੋਲ ਸਹੀ ਆਨਸਰ ਹੈ ਇਸ ਸਵਾਲ ਦਾ। ਠੀਕ ਹੈ, 2/3 ਵੀ ਹੋ ਸਕਦੀ ਸੰਭਾਵਨਾ, 15% ਵੀ ਹੋ ਸਕਦੀ। 15% ਦਾ ਮਤਲਬ 15/100 ਹੁੰਦਾ। ਠੀਕ ਹੈ, 0.15 ਹੋ ਜਾਏਗਾ। ਔਰ 0.7 ਵੀ ਸਾਡੇ ਕੋਲ 0 ਔਰ 1 ਦੇ ਵਿਚਕਾਰ ਹੀ ਹੈ, ਇਹ ਵੀ ਹੋ ਸਕਦੀ ਹੈ। ਠੀਕ ਹੈ, ਤਾਂ ਇਹਦੇ ਨਾਲ ਅਸੀਂ ਅੱਜ ਪ੍ਰੋਬੇਬਿਲਿਟੀ ਸੰਭਾਵਨਾ ਦੇ ਜਿਹੜੇ ਕਨਸੈਪਟ ਨੂੰ ਸਮਝਣ ਦਾ ਯਤਨ ਕੀਤਾ। ਉਹਦੇ 'ਚ ਕੁਛ ਆਪਾਂ ਐਗਜ਼ਾਮਪਲਸ ਲਈਆਂ ਨੇ, ਕੁਛ ਕੁਐਸਚਨ ਜਿਹੜੇ ਕੀਤੇ ਨੇ, ਤੇ ਮੈਨੂੰ ਉਮੀਦ ਹੈ ਕੁਛ ਨਾ ਕੁਛ ਚੀਜ਼ ਜਿਹੜੀ ਆ ਉਹ ਮੈਂ ਤੁਹਾਡੇ ਤੱਕ ਮੈਸੇਜ ਜਿਹੜਾ ਪੂਰਾ ਪਹੁੰਚਾ ਪਾਇਆ ਤੇ ਚੀਜ਼ ਤੁਹਾਨੂੰ ਜਿਹੜੇ ਕੁਐਸਚਨ ਸਮਝ ਆਏ। ਕੁਐਸਚਨ ਜਦੋਂ ਤੁਸੀਂ ਕਰੋਗੇ ਉਹ ਤਾਂ ਬਹੁਤ ਜ਼ਿਆਦਾ ਸੌਖੇ ਲੱਗਣਗੇ ਅਗਰ ਥੋੜਾ ਜਿਹਾ ਕਨਸੈਪਟ ਜਿਹੜਾ ਉਹ ਥਿਓਰੈਟੀਕਲ ਪਾਰਟ ਥੋੜਾ ਚੰਗੇ ਢੰਗ ਦੇ ਨਾਲ ਅਸੀਂ ਕਰ ਲੈਂਦੇ ਹਾਂ। ਤੋ ਅਗਰ ਮੁਸ਼ਕਿਲ ਲੱਗਿਆ ਤਾਂ ਦੁਬਾਰਾ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਰਿਪੀਟ ਕਰਕੇ। ਠੀਕ ਹੈ, ਤੋ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲੇ ਕੁਐਸਚਨ ਜਿਹੜੇ ਅਗਲੇ ਸਵਾਲ ਹੈ ਉਹ ਹੱਲ ਕਰਾਂਗੇ। ਅਖੀਰ ਤੱਕ ਲਾਸਟ ਤੱਕ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਸੋ ਮਚ, ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।